हाँ जी 8th भी एक्सरसाइज आ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਾਵਰ ਦੀ ਡੈਫੀਨੇਸ਼ਨ ਦਿੱਤੀ ਹੋਈ ਆ। ਠੀਕ ਹੈ, ਤਾਂ ਪਾਵਰ ਤੁਹਾਡੇ ਕੋਲ ਕੀ ਹੋਇਆ ਕਰੂਗੀ, ਦਾ ਰੇਟ ਆਫ ਡੂਇੰਗ ਵਰਕ ਆਫ ਐਨ ਏਜੰਟ ਇਜ਼ ਕਾਲਡ ਇਟਸ ਪਾਵਰ। ਮਤਲਬ ਜਿਹੜਾ ਤੁਹਾਨੂੰ ਵਰਕ ਕਰਨ ਦੇ ਲਈ ਜੋ ਵੀ ਤੁਹਾਨੂੰ ਸ਼ਕਤੀ ਦੀ ਲੋੜ ਪੈਂਦੀ ਆ, ਜਿਹੜਾ ਵੀ ਆਪਾਂ ਜੋ ਵੀ ਆਪਦੀ ਪਾਵਰ ਲਗਾਉਣੇ ਆ ਉਹਦੇ ਲਈ ਜਿਹੜੇ ਵੀ ਏਜੰਟ ਦਾ ਕੰਮ ਕਰਦੀ ਆ ਜੋ ਵੀ ਸ਼ਕਤੀ, ਠੀਕ ਹੈ, ਤਾਂ ਉਸ ਨੂੰ ਕੀ ਕਿਹਾ ਕਰਾਂਗੇ ਆਪਾਂ, ਪਾਵਰ ਕਿਹਾ ਕਰਾਂਗੇ ਫੰਕਸ਼ਨ ਦੀ। ਤਾਂ ਇਸ ਨੂੰ ਆਪਾਂ ਕਿਵੇਂ ਡਿਨੋਟ ਕਰਿਆ ਕਰਾਂਗੇ, ਐਫ ਇੰਟੂ ਬੀ ਐਫ। ਬੀ ਐਫ ਕੀ ਹੋਇਆ ਕਰੂਗਾ ਆਪਣੇ ਕੋਲੇ, ਕੰਪੋਨੈਂਟ ਆਫ ਵੈਲੋਸਿਟੀ। ਜੇ ਥੀਟਾ ਤੁਹਾਡੇ ਕੋਲੇ 0 ਹੋਇਆ ਕਰੂਗਾ, ਡੀ ਡਬਲਯੂ ਡੀ ਟੀ ਕਿਹਦੇ ਬਰਾਬਰ ਹੋਇਆ ਕਰੂਗਾ, ਐਫ ਬੀ ਦੇ। ਠੀਕ ਹੈ, ਇਹਦਾ ਪੂਰਾ ਪ੍ਰੂਫ ਕਰਨ ਦੀ ਲੋੜ ਨਹੀਂ, ਤੁਸੀਂ ਡੈਫੀਨੇਸ਼ਨ ਯਾਦ ਰੱਖ ਲਿਓ। ਯੂਨਿਟ ਕੀ ਹੋਇਆ ਕਰਨਗੀਆਂ ਪਾਵਰ ਦੀਆਂ, ਹੌਰਸ ਪਾਵਰ ਦੇ ਵਿੱਚ ਇਸ ਨੂੰ ਆਪਾਂ ਬੋਲਿਆ ਕਰਾਂਗੇ ਯੂਨਿਟ ਨੂੰ। ਠੀਕ ਆ, ਪੀ ਐਸ ਸਿਸਟਮ ਮਤਲਬ ਇੰਗਲਿਸ਼ ਸਿਸਟਮ ਦੇ ਵਿੱਚ ਆਪਾਂ ਪਾਵਰ ਨੂੰ ਕੀ ਬੋਲਦੇ ਹਾਂ, ਹੌਰਸ ਪਾਵਰ ਬੋਲਦੇ ਹਾਂ। ਹੌਰਸ ਪਾਵਰ ਦੀ ਵੈਲਿਊ ਦਿੱਤੀ ਹੋਈ ਆ, ਜਾਂ ਫਿਰ ਹੌਰਸ ਪਾਵਰ ਨੂੰ ਆਪਾਂ ਇਸ ਦੇ ਵਿੱਚ ਵੀ ਲਿਖ ਸਕਦੇ ਹਾਂ। ਠੀਕ ਹੈ, ਫੀਟ ਸੈਕਿੰਡ ਦੇ ਵਿੱਚ ਤੁਸੀਂ ਕੀ ਹੈ ਵੈਲੋਸਿਟੀ ਕੱਢਿਆ ਕਰੋਗੇ। ਠੀਕ ਹੈ, ਇਸ ਦੇ ਵਿੱਚ ਤਾਂ 1 ਹੌਰਸ ਪਾਵਰ ਕਿਸ ਦੇ ਇਕੁਅਲ ਹੋਇਆ ਕਰੂਗੀ, ਆ ਤੁਹਾਨੂੰ ਦਿੱਤੀਆਂ ਹੋਈਆਂ ਨੇ ਯੂਨਿਟ ਯਾਦ ਰੱਖਿਓ। ਇੱਕ ਇੱਥੇ ਲਿਖੀ ਹੋਈ ਆ 1 ਟਨ ਕਿਸ ਦੇ ਇਕੁਅਲ ਹੋਇਆ ਕਰੂਗਾ ਤੁਹਾਡਾ, ਇਹ ਵੀ ਯਾਦ ਰੱਖਿਓ। ਠੀਕ ਹੈ, 2240 ਦੇ ਬਰਾਬਰ ਹੋਇਆ ਕਰੂਗਾ ਤੁਹਾਡਾ 1 ਟਨ IBS ਸਿਸਟਮ ਦੇ ਵਿੱਚ। ਠੀਕ ਹੈ, ਨੈਕਸਟ ਕੀ ਹੈ ਇਹਦੇ ਵਿੱਚ ਰਿਲੇਸ਼ਨ ਦਿੱਤਾ ਹੋਇਆ MKS ਐਂਡ FPS ਯੂਨਿਟ ਦੇ ਵਿੱਚ। ਤਾਂ ਇਹਦੇ ਲਈ ਤੁਸੀਂ ਲਾਸਟ ਰਿਜ਼ਲਟ ਯਾਦ ਰੱਖ ਲਿਓ। ਠੀਕ ਹੈ, ਇਹਦੇ ਵਿੱਚੋਂ ਆਰਟੀਕਲ ਕੋਈ ਨਹੀਂ ਕਰਨਾ, ਬਸ ਛੋਟੀ ਜਿਹੀ ਡੈਫੀਨੇਸ਼ਨ ਆ ਅਤੇ ਤੁਹਾਡੇ ਕੋਲ ਜਿਹੜੀਆਂ ਵੈਲਿਊਜ਼ ਦਿੱਤੀਆਂ ਹੋਈਆਂ ਇਹ ਯਾਦ ਰੱਖਣੀਆਂ ਨੇ। ਹੁਣ ਐਗਜ਼ਾਮਪਲ 1 ਆ ਗਈ ਆਪਣੇ ਕੋਲ, ਆ ਹੌਰਸ ਡਾਊਨ ਆ ਟ੍ਰੇਨ ਕਾਰ ਆਫ 2 ਟਨ weight along a horizontal road with a uniform velocity of 7/2 miles per hour, supposing the resident to be 1/18 of the weight, find ਕਰਨਾ rate at which he is doing work। ਤਾਂ ਵੈਲੋਸਿਟੀ ਆਪਾਂ ਨੂੰ ਟ੍ਰੇਨ ਦੀ ਗਿਵਨ ਆ, ਕਿਹਦੇ ਵਿੱਚ ਗਿਵਨ ਆ, ਮੀਲਸ ਹੋਰ ਦੇ ਵਿੱਚ। ਤਾਂ ਇਹਨੂੰ ਤੁਸੀਂ ਫੀਟ ਸੈਕਿੰਡ ਦੇ ਵਿੱਚ ਬਦਲੂਗੇ। ਇਹ ਕਿਵੇਂ ਬਦਲਿਆ ਹੋਇਆ ਗਾ, ਇਹਦੀ ਮੈਂ ਤੁਹਾਨੂੰ ਪਿਕ ਭੇਜ ਦਾਂਗੀ, ਉਹਦੇ ਵਿੱਚ ਸਾਰਾ ਕਲੀਅਰ ਹੋ ਜਾਊਗਾ। ਠੀਕ ਹੈ, ਰੈਜ਼ੀਡੈਂਟ ਅੱਗੇ ਤੁਹਾਨੂੰ ਦਿੱਤਾ ਹੋਇਆ ਸੀਗਾ, ਉਹ ਲਿਖਿਆ ਹੋਇਆ ਗਾ। ਨੈਕਸਟ ਰੈਜ਼ੀਡੈਂਟ ਨੂੰ ਕੀ ਲਿਖਿਆ ਹੋਇਆ ਆਪਾਂ ਨੂੰ 2 ਟਨ ਦੇ ਵਿੱਚ ਸਟੇਟਮੈਂਟ 'ਚ ਗਿਵਨ ਸੀਗਾ। ਤਾਂ 2 ਦੀ ਜਿਹੜਾ ਮੈਂ ਤੁਹਾਨੂੰ ਰਿਜ਼ਲਟ ਯਾਦ ਰੱਖਣ ਨੂੰ ਕਿਹਾ ਸੀ 2244, ਇਹਨੂੰ IPS weight ਦੇ ਵਿੱਚ ਚੇਂਜ ਕੀਤਾ ਹੋਇਆ ਟਨ ਨੂੰ। ਤਾਂ ਇਸ ਨਾਲ ਮਲਟੀਪਲਾਈ ਕਰਕੇ ਸੋਲਵ ਕਰੋਗੇ, 2 ਵੈਲਿਊਸ ਆ ਗਈਆਂ ਆਪਣੇ ਕੋਲੇ। ਲਾਸਟ 'ਤੇ ਆਪਾਂ ਕੀ ਹੈ ਰੇਟ ਵਰਕ ਦਾ ਫਾਈਂਡ ਆਊਟ ਕਰ ਦਾਂਗੇ, ਜਿਹੜੀਆਂ ਦੋਨੋਂ ਵੈਲਿਊਸ ਕੱਢੀਆਂ ਦੋਨਾਂ ਦੀ ਮਲਟੀਪਲਾਈ ਕਰਕੇ। ਠੀਕ ਹੈ, ਸੈਕਿੰਡ ਐਗਜ਼ਾਮਪਲ ਆ ਜਿਹੜੀ, ਇਹ ਤੁਸੀਂ ਖੁਦ ਟਰਾਈ ਕਰਕੇ ਦੇਖਿਓ, ਇਹ ਹੋ ਜੂਗੀ। ਇਹਦੇ ਨਾਲ ਦੀ ਥਰਡ ਐਗਜ਼ਾਮਪਲ ਆ ਉਹ ਦੇਖ ਲਓ। ਠੀਕ ਆ, ਇੱਥੇ n ਦੀ ਵੈਲਿਊ ਗਿਵਨ ਨਹੀਂ, ਬਸ ਇੱਥੇ n ਦੀ ਵੈਲਿਊ 100 ਤੁਹਾਨੂੰ ਗਿਵਨ ਆ ਸਟੇਟਮੈਂਟ ਦੇ ਵਿੱਚ। ਸੇਮ ਐਗਜ਼ਾਮਪਲ ਆ, ਐਨ ਇੰਜਨ ਵਰਕ ਕਰ ਰਿਹਾ ਕਹਿੰਦੇ ਐਟ ਦਾ ਰੇਟ ਆਫ H ਯੂਨਿਟ ਇਨ ਪੁਲਿੰਗ ਆ ਟ੍ਰੇਨ ਅਪ ਐਨ ਇਨਕਲਾਈਡ ਆਫ 1 ਇਨ n ਐਟ ਦਾ ਸਟੈਟਰਲੀ ਆਫ BM ਸੈਕਿੰਡ। ਇਫ M ਕੀ ਆ ਆਪਣੇ ਕੋਲੇ ਟੋਟਲ ਮਾਸ ਆ ਟ੍ਰੇਨ ਦਾ, ਫਾਈਂਡ ਕਰਨੀ ਹੈ ਐਵਰੇਜ ਫ੍ਰਿਕਸ਼ਨ ਆਫ ਫੋਰਸ। ਇਹਦੇ ਲਈ ਸੇਮ ਤੁਸੀਂ ਸੈਕਿੰਡ ਐਗਜ਼ਾਮਪਲ ਵੀ ਇਹਦੇ ਵਾਂਗੂ ਆ, ਥੀਟਾ ਆਪਾਂ ਇਨਕਲੀਸ਼ਨ ਐਂਗਲ ਲੈ ਕੇ ਚੱਲਾਂਗੇ ਹੌਰੀਜੈਂਟਲੀ, ਦੈਨ ਸਾਈਨ ਥੀਟਾ 1/n ਦੇ ਇਕੁਅਲ ਆ ਜਾਊਗਾ। ਨੈਕਸਟ ਤੁਸੀਂ weight ਦਾ ਕੰਪੋਨੈਂਟ ਲਓਗੇ mg ਸਾਈਨ ਥੀਟਾ, ਸਾਈਨ ਥੀਟਾ ਦੀ ਵੈਲਿਊ 1/n ਸੀ ਉਹ ਪੁੱਟ ਕਰ ਦੋਗੇ। ਨਾਓ ਇਹਦੇ ਵਿੱਚ ਕੀ ਹੈ ਕਹਿੰਦੇ ਕੋਈ ਵੀ ਐਸਰੇਸ਼ਨ ਨਹੀਂ ਲੱਗੂਗੀ। ਕਿਉਂ ਨਹੀਂ ਲੱਗ ਰਹੀ, ਕਿਉਂਕਿ ਆਪਾਂ ਐਫ ਕੀ ਲੈ ਰਹੇ ਹਾਂ, ਫ੍ਰਿਕਸ਼ਨ ਲੈ ਰਹੇ ਹਾਂ, ਪੀ ਫੋਰਸ ਲੈਤੀ, ਆਰ ਨੋਰਮਲ ਰਿਐਕਸ਼ਨ ਲੈ ਲਿਆ। ਇਹਦੇ ਵਿੱਚ ਕੋਈ ਵੀ ਐਸਰੇਸ਼ਨ ਨਹੀਂ ਲੱਗ ਰਹੀ। ਜੇ ਐਸਰੇਸ਼ਨ ਨਹੀਂ ਲੱਗ ਰਹੀ ਤਾਂ ਆਪਾਂ ਪੀ ਡਾਇਰੈਕਟ ਕੱਢ ਲਿਆ mg/n ਪਲੱਸ ਐਫ ਨੂੰ ਐਡ ਕਰਕੇ। mg/n ਇਹ ਉੱਪਰ ਆਇਆ ਸੀ mg 1/n ਉੱਪਰ ਵਾਲਾ ਰਿਜ਼ਲਟ, ਪਲੱਸ ਇਹਦੇ 'ਚ ਤੁਸੀਂ ਐਫ ਫੋਰਸ ਐਡ ਕਰ ਦੋਗੇ ਪੀ ਕੱਢਣ ਵਾਸਤੇ। ਠੀਕ ਹੈ, ਪੀ ਦੀ ਵੈਲਿਊ ਨਿਕਲੇਈ। ਪੀ ਦੀ ਵੈਲਿਊ ਕੱਢਣ ਤੋਂ ਬਾਅਦ ਅੱਗੇ ਦੇਖੋ ਆਪਾਂ ਕੀ ਆ ਪਾਵਰ ਕੱਢਣੀ ਹੈ ਇੰਜਨ ਦੀ, H ਕਿਹਦੇ ਬਰਾਬਰ ਹੋਊਗੀ, P ਐਂਡ B ਵੈਲੋਸਿਟੀ। ਠੀਕ ਹੈ, ਇੱਥੋਂ ਕੀ ਆ ਆਪਾਂ P ਦੀ ਵੈਲਿਊ ਕੱਢ ਲਈ। P ਦੀ ਵੈਲਿਊ ਆਪਾਂ ਪਿੱਛੇ ਕੱਢ ਕੇ ਆਏ ਸੀ ਉਹ ਪੁੱਟ ਕਰ ਦੋਗੇ, ਸੋਲਵ ਕਰੋਗੇ ਤਾਂ ਤੁਹਾਡੇ ਕੋਲੇ F ਦੀ ਵੈਲਿਊ ਨਿਕਲ ਆਊਗੀ। ਠੀਕ ਹੈ, ਸਿਮਿਲਰਲੀ ਨੈਕਸਟ ਦੇਖੋ ਆ ਟ੍ਰੇਨ ਆਫ ਮਾਸ m ਪਾਊਂਡ ਦਿੱਤਾ ਹੋਇਆ ਗਾ, ਸੈਂਡਿੰਗ ਆ ਸਮੂਥ ਇਨਕਲਾਈਨਡ of 1 in n and when the velocity of the train is b feet second, its acceleration f ਦਿੱਤੀ ਹੋਈ ਆ ਆਪਾਂ ਨੂੰ, ਪ੍ਰੂਫ ਕਰਨਾ ਗਾ effective HP of the engine is this। ਤਾਂ ਇਹਦੇ ਲਈ ਉਸੇ ਤਰ੍ਹਾਂ ਸਭ ਤੋਂ ਪਹਿਲਾਂ ਕੀ ਹੈ ਤੁਸੀਂ
थीटा इनक्लीशन लवोगे प्लेन का, हॉरीजेंटली आर नॉर्मल रिएक्शन लैता। पी की लै रहे हैं आप, फूट पाउंडल लै रहे हैं फोर्स का, ठीक है। तो हुण इक्वेशन ऑफ मोशन कढोगे, ये आप पिछे कर चुके हैं, किवें कढदे हुंदे सी उही रिजल्ट तुहाडा लग्गिया होया गा। तो इनू जदों तुसीं सॉल्व करके लिखोगे तो तुहाडे कोल पी की वैल्यू निकल आऊगी। हुण इंजन की अपने कोले पावर किस दे बराबर हुंदी आ, पी इंटू वी दे। तो पी की वैल्यू पुट कर दो, बी नू एज इट रखो, तो तुहाडे कोले लास्ट ते रिजल्ट निकल आऊगा, ठीक है। हुण फिफ्थ एग्जाम्पल अपने कोले फिफ्थ भी सेम ही आ, उस तरह कार दी हाँ फिफ्थ एग्जाम्पल देखो, आपां कार दी हुई है जिहदी की है वेटिंग एम जी स्टार्ट फ्रॉम रैसट तो दी हुई है, अटेन कर रहा मैक्सीमम स्पीड नू 20 एम सैकेंड दे विच, ठीक है। 30 सैकेंड अप इन द इनकलाइन ऑफ 1/n द फ्रिक्शन रेजिडेंट बीइंग एम के जी वेट फॉर एवरी के जी वेट ऑफ द कार फाइंड करनी है पावर ऑफ इंजन। तो इस दे विच भी तुसीं उस तरह थीटा इनक्लीशन लवोगे, साइन थीटा की वैल्यू कढोगे, एम जी अपने कोल वेट लग रहा है ट्रेन का, तो उसकी वैल्यू कढ लोगे। अपने कोल एफ फ्रिक्शन किहदे बराबर होगी, एम इंटू एम के जी वेट के बराबर होगी, इनू न्यूटन दे विच चेंज करके लिख लोगे। एसरेशन फोर्स की की होगी, जो पी दे विचों आपां एम जी माइनस एम जी बाई एन माइनस कर देंगे पूरियां जिहड़े भी आपां इंजन के रिएक्शन कढे हुए आ, ठीक है। सॉल्व करांगे इक्वेशन नू, सॉल्व करन तो बाद तुहाडे कोल की आ पी की वैल्यू निकल आऊगी, लास्ट ते पी इंटू वी कर दोगे तो अपने कोल रिक्वायर रिजल्ट आ जाऊगा। सेम पैटर्न आ सारियां एग्जाम्पल दे विच। सिमिलरली नैक्सट दे विच आ बस इत्थे एक आह रिजल्ट ध्यान च रखण वाला गा, एसरेशन किवें कड्ढी हुई आ फोर्स की, पी इंटू फोर्स ऑफ रेजिडेंट माइनस कंपोनेंट ऑफ द वेट डाउन द प्लेन। मतलब की आ तुसीं पी दे विचों रेजिडेंट फोर्स की ते कंपोनेंट माइनस करोगे तो तुहाडे कोले एसरेटिंग फोर्स निकल आऊगी, ठीक है। बाकी सारा कुछ उही सेम रिजल्ट आ, करके देख लिओ, जे ना होई तो पुछ लिओ, ठीक है। नैक्सट सैवंथ देखो, एन इंजन एग्जैक्टिंग इट्स मैक्सीमम पावर डाउन आ ट्रेन, स्लोप आपां नूं उस तरह 1/n दी हुई आ, विद द कॉन्सटेंट स्पीड बी अपने कोले कॉन्सटेंट स्पीड दी हुई आ, द फ्रिक्शन रेजिडेंट टू द मोशन बीइंग 1/m ऑफ द वेट ऑफ द ट्रेन। प्रूफ करना गा ग्रेटेस्ट स्पीड विद विच द इंजन कैन ड्रा द ट्रेन अलाउन आ लैवल ट्रैक अगेंस्ट द सेम रेजिडेंट इज दिस। तो उस तरह तुसीं थीटा अपना जिहड़ा हॉरीजेंटल एंगल लै लोगे, इत्थे भी आपां नूं 1/n तक दिता होया साइन थीटा, उस तरह तुसीं साइन थीटा की वैल्यू 1/n लै लोगे। एम मास आ ट्रेन का, ठीक है। फोर्स ऑफ फ्रिक्शन आपां नूं 1/m दी सी वो लिख दोगे, इंटू वेट ऑफ ट्रेन की है अपने कोल एम जी ओ लिख दोगे। फोर्स ऑफ फ्रिक्शन निकले ही। नैक्सट वेट का कंपोनेंट लिखोगे एम जी साइन थीटा, ये वैल्यू पुट कर दोगे, ठीक है। नैक्सट आपां पी फोर्स कढदे हुंदे सीगे, पी फोर्स किवें कढी आपां दोनों दे दोनों इंजन जिहड़े आपां एम जी बाई एन कढे सी, दोनों नूं ऐड कर दांगे। पावर इंजन की किवें कढदे हुंदे सी, पी इंटू बी, तो उस तरह पी की वैल्यू पुट कर दो, बी की वैल्यू पुट कर दो। नाउ आपां नूं की दिता होया, कहंदे 1 लैवल ऑफ ट्रैक नो वर्क, कहंदे एक लैवल के उपर कोई भी वर्क डन नहीं हो रहा अगेंस्ट ग्रैविटी दे, एज द कंपोनेंट ऑफ वेट इन द हॉरीजेंटल डायरैक्शन ऑफ द मोशन इज 0। तो कहंदे इस कंडीशन दे विच तुहाडे कोल वेट का कोई भी हॉरीजेंटल डायरैक्शन दे विच कोई भी मोशन नहीं लगूगा, मतलब वो 0 होऊगा। वर्क डन कहंदे ओनली किया जाऊगा अगेंस्ट द रेजिडेंट ड्यू द फ्रिक्शन, ठीक है। मतलब तुसी सिर्फ उही वर्क करोगे, किस दे अगेंस्ट करोगे, रेजिडेंट फ्रिक्शन दे। तो हुण आपां एफ की लैती, फोर्स लैती है इंजन की, जिहदी मैक्सीमम स्पीड की है बी। तो इक्वेशन ऑफ मोशन आपां पिछे कर चुके हैं, उही फार्मूला लग्या होया। सॉल्व करोगे एफ की वैल्यू निकल आऊगी। पावर किवें कढदे हुंदे सी आपां, एफ इंटू बी, एफ की वैल्यू पुट कर दो, बी की वैल्यू पुट कर दो। सॉल्व करोगे तो लास्ट ते तुहाडे कोल बी की वैल्यू निकल आऊगी, ठीक है। तो ये एग्जाम्पल बेटा करके देख लिओ। आर्टिकल इन्हां दे विच अपना कोई नहीं गा, सिर्फ एग्जाम्पल आ। अगर कोई डाउट होया तो पुछ लिया करो, ठीक है।